ਸੋ ਹੁਣ ਬੱਚੇ ਇੱਥੇ ਆਪਾਂ ਦੇਖ ਸਕਦੇ ਹਾਂ ਇਹਨਾਂ ਦੀਆਂ ਪਿਕਚਰਸ ਦੇ ਥਰੂ ਕਿ ਇਹ ਕਿਹੜਾ ਆਪਣੇ ਕੋਲ ਪਿਨ ਟਾਈਪ ਇਨਸੂਲੇਟਰ। ਇਹਦੇ ਵਿੱਚ ਜਿਹੜੀ ਇੱਕ ਆਹ ਵਾਲੀ ਚੀਜ਼ ਹੁੰਦੀ ਹੈ ਇਹਨੂੰ ਇੱਕ ਪਿਨ ਕਿਹਾ ਜਾਂਦਾ। ਇਹ ਇੱਕ ਪਿਨ ਦੀ ਜਿਹੜੀ ਕਪੈਸਿਟੀ ਹੁੰਦੀ ਹੈ ਅਪ ਟੂ 11 kV ਹੁੰਦੀ ਹੈ। ਫਿਰ ਜਿੰਨੀਆਂ ਆਪਣੇ ਜਿਵੇਂ ਸਟ੍ਰੇਨ ਦੇ ਵਿੱਚ ਆ ਪਿਨਸ ਨੂੰ ਇਕੱਠੀਆਂ ਕਰਦੇ ਹਾਂ ਉਨੀ ਆਪਣੀ ਵੋਲਟੇਜ ਕੈਰਿੰਗ ਕਪੈਸਿਟੀ ਹੈ ਜਿਹੜੀ ਉਹ ਵੱਧਦੀ ਜਾਂਦੀ ਆ। ਪਿਨ ਟਾਈਪ ਆ ਜਿਹੜਾ ਸਿੰਗਲ ਲੱਗਦਾ ਇੱਦਾਂ ਆ। ਵਾਇਰ ਟਰਾਂਸਮਿਸ਼ਨ ਲਾਈਨ ਦੇ ਉੱਤੇ ਇਹਨੂੰ ਆਪਾਂ ਨੋਰਮਲੀ ਵੀ ਆਪਾਂ ਦੇਖ ਸਕਦੇ ਹਾਂ ਜਦੋਂ ਆਪਾਂ ਰਸਤੇ 'ਚ ਜਾਈਏ ਤਾਂ ਉੱਪਰ ਜਿਹੜੀਆਂ ਟਰਾਂਸਮਿਸ਼ਨ ਲਾਈਨਸ ਹੈ ਜਿਹੜੇ ਆਪ ਨੂੰ ਬਾਲ ਟਾਈਪ ਨਜ਼ਰ ਆਉਂਦੇ ਨੇ ਜਾਂ ਕੈਪ ਟਾਈਪ ਨਜ਼ਰ ਆਉਂਦੇ ਨੇ ਉਹ ਕੀ ਹੁੰਦੇ ਨੇ ਇਨਸੂਲੇਟਰਸ। ਇਹ ਹੈ ਪਿਨ ਟਾਈਪ ਇਨਸੂਲੇਟਰ। ਸਟ੍ਰੇਨ ਦੇ ਵਿੱਚ ਕੀ ਹੁੰਦੇ ਆ ਕਿੰਨੇ ਸਾਰੀਆਂ ਪਿਨ ਟਾਈਪਸ ਨੂੰ ਜਦੋਂ ਆਪਾਂ ਇਕੱਠੇ ਕਰਦੇ ਹਾਂ ਉਹਨੂੰ ਆਪਾਂ ਕੀ ਕਿਹਾ ਜਾਂਦਾ ਹੈ ਸਟ੍ਰੇਨ ਟਾਈਪ ਇਨਸੂਲੇਟਰ। ਹੁਣ ਫਰਦਰ ਦੇਖੋ ਇਹਨਾਂ ਦੀ ਜਿਹੜੀ ਕਨੈਕਸ਼ਨਸ ਆ ਉਹ ਕਿੱਦਾਂ ਹੁੰਦੇ ਨੇ। ਇੱਕ ਇਹ ਹੈਗੇ ਆ ਗੇ ਵਾਇਰ। ਇਹਦੇ ਵਿੱਚ ਕੀ ਹੁੰਦਾ ਆ ਕਿ ਜਦੋਂ ਆਪਾਂ ਨੇ ਟਰਾਂਸਮਿਸ਼ਨ ਲਾਈਨ ਦਾ ਜਿਹੜਾ ਟੌਪ ਆ ਉਹਨੂੰ ਆਪਾਂ ਨੇ ਐਂਡ ਦੇ ਨਾਲ ਕਨੈਕਟ ਕਰਨਾ ਹੈ, ਐਂਡ ਮਤਲਬ ਗਰਾਊਂਡ ਦੇ ਨਾਲ ਕਨੈਕਟ ਕਰਨਾ ਹੈ ਟਾਵਰ ਦੇ ਉਹਨੂੰ, ਤਾਂ ਉਹਦੀ ਸੇਫਟੀ ਲਈ ਮਕੈਨੀਕਲ ਸਟਰੈਂਥ ਲਈ ਉਹਨੂੰ ਉਹ ਕਿਹੜੀ ਵਾਇਰ ਨਾਲ ਕਨੈਕਟ ਹੁੰਦਾ ਗੇ ਵਾਇਰ ਨਾਲ। ਤੇ ਇਹ ਆਪਣੇ ਕੋਲ ਜਿਹੜੇ ਇਨਸੂਲੇਟਰਸ ਸ਼ੋ ਹੋਏ ਨੇ ਇਹ ਕੀ ਸ਼ੋ ਹੋਏ ਨੇ ਸਟ੍ਰੇਨ ਟਾਈਪ ਇਨਸੂਲੇਟਰਸ। ਇਟ ਕੰਸਿਸਟ ਆਫ 3 ਸਸਪੈਂਸ਼ਨ ਇਨਸੂਲੇਟਰਸ। ਹੁਣ ਕੀ ਆ ਹੁਣ ਆ ਦੇਖੋ ਜਿਵੇਂ ਸਭ ਤੋਂ ਪਹਿਲੇ ਲੈਕਚਰ 'ਚ ਤੁਹਾਨੂੰ ਦੱਸਿਆ ਸੀ ਜੰਪਰ ਵਾਇਰ ਦਾ ਕੀ ਕੰਮ ਆ। ਇਹਨਾਂ ਦੋ ਕੰਡਕਟਰਸ ਨੂੰ ਉਹਨੇ ਕੀ ਕੀਤਾ ਹੋਇਆ ਕਨੈਕਟ ਕੀਤਾ ਹੋਇਆ ਤਾਂ ਕਿ ਜਿਹੜੀ ਕੰਟੀਨਿਊਟੀ ਆ ਇਲੈਕਟ੍ਰੀਕਲ ਸਪਲਾਈ ਦੀ ਉਹ ਚੱਲਦੀ ਰਹੇ। ਸੋ ਵਾਟ ਆਰ ਬਰਡ ਗਾਰਡਸ। ਬਰਡ ਗਾਰਡਸ ਕੀ ਹੁੰਦੇ ਨੇ ਪਪੂਲਰਲੀ ਨੋਨ ਐਜ਼ ਬਰਡ ਕੇਜਿਸ ਵਿਚ ਆਰ ਯੂਜ਼ਡ ਫॉर ਵੈਂਟ ਇਹ ਕੀ ਕਰਦੇ ਨੇ ਇਹ ਹੈਲਪ ਕਰਦੇ ਨੇ ਬਰਡਸ ਨੂੰ ਪ੍ਰੀਵੈਂਟ ਕਰਨ ਲਈ ਕਿ ਬਰਡਸ ਆ ਕੇ ਜਦੋਂ ਉੱਪਰ ਜਿਵੇਂ ਆਪਾਂ ਦੇਖ ਸਕਦੇ ਹਾਂ ਪਿਕਚਰ ਦੇ ਵਿੱਚ ਸਪਾਈਕਸ ਨੇ ਇਹਨਾਂ ਨੂੰ ਆਪਾਂ ਬਰਡ ਗਾਰਡਸ ਦੀ ਤਰ੍ਹਾਂ ਯੂਜ਼ ਕਰ ਸਕਦੇ ਹਾਂ ਕਿ ਬਰਡਸ ਉੱਪਰ ਆ ਕੇ ਮੇਨ ਜਿੱਥੇ ਕੰਡਕਟਰਸ ਨੇ ਜਾਂ ਟਰਾਂਸਮਿਸ਼ਨ ਲਾਈਨਸ ਦੀ ਕਨੈਕਸ਼ਨ ਆ ਇਨਸੂਲੇਟਰਸ ਨੇ ਬੇਸਿਕਲੀ ਇਹਨਾਂ ਦੀ ਜਿਹੜੀ ਕਹਿ ਲਓ ਪਲੇਸਮੈਂਟ ਆ ਉਹ ਇਨਸੂਲੇਟਰਸ ਦੇ ਉੱਪਰ ਹੀ ਕੀਤੀ ਜਾਂਦੀ ਹੈ ਤਾਂ ਕਿ ਪ੍ਰੀਵੈਂਟ ਕਰ ਸਕੀਏ ਆਪਾਂ ਬਰਡਸ ਨੂੰ ਉਹਦੇ ਉੱਤੇ ਬੈਠਣ ਤੋਂ ਤਾਂ ਕਿ ਜਿਹੜੀ ਆਪਣੀ ਸਪਲਾਈ ਆ ਉਹ ਉਹਦਾ ਵਿੱਚ ਕੋਈ ਰੁਕਾਵਟ ਨਾ ਆ ਸਕੇ। So the bird guards provides a device to protect electrical insulators comprising a central shaft, a clamp attached at the end of the shaft so as to ensure the device to a transmission tower, a top and bottom cover to shield transmission tower। ਇਹ ਆਪਾਂ ਦੇਖ ਸਕਦੇ ਹਾਂ ਇੱਕ ਤਰ੍ਹਾਂ ਦੀ ਇੱਕ ਸ਼ੀਲਡ ਆ ਜਿਹੜੀ ਆਪਾਂ ਟਰਾਂਸਮਿਸ਼ਨ ਟਾਵਰ ਉੱਤੇ ਜਾਂ ਪੋਲ ਉੱਤੇ ਲਗਾ ਦਿੰਦੇ ਹਾਂ which acts as a bird guard। ਸੋ ਅਨਦਰ ਜਿਹੜੀ ਆਪਣੇ ਕੋਲ ਕੰਸਟਰਕਸ਼ਨਲ ਸੇਫਟੀ ਪ੍ਰੀਕਾਸ਼ਨ ਆ ਉਹ ਹੈ ਐਂਟੀ ਕਲੈਂਪਿੰਗ ਡਿਵਾਈਸ। ਸਟੂਡੈਂਟਸ ਤੁਸੀਂ ਇਹ ਪਿਕਚਰ ਦੇ ਵਿੱਚ ਦੇਖ ਸਕਦੇ ਹੋ ਇੱਕ ਆਪਣੇ ਕੋਲ ਫੈਂਸਿੰਗ ਵਾਇਰ ਆ ਜਿਹੜੀ ਆਪਾਂ ਨੇ ਟਾਵਰ ਦੇ ਆਲੇ ਦੁਆਲੇ ਲਪੇਟੀ ਹੋਈ ਆ। ਇਹਨੂੰ ਕੀ ਕਿਹਾ ਜਾਂਦਾ ਹੈ ਐਂਟੀ ਕਲਾਈਂਬਿੰਗ ਡਿਵਾਈਸ। ਜਿੱਦਾਂ ਕਿ ਇਹਦਾ ਨੇਮ ਸੁਜੈਸਟ ਕਰਦਾ ਆ ਕਿ ਇਹ ਐਂਟੀ ਕਲਾਈਂਬ ਆ ਵੀ ਕੋਈ ਵੀ ਜਿਹੜਾ ਇੱਥੇ ਵਿੱਚ ਪਰਸਨਲ ਆ ਵਿਦਾਊਟ ਐਨੀ ਆਥੋਰਾਈਜੇਸ਼ਨ ਇਹਦੇ ਤੇ ਕਿਸੇ ਵੀ ਟਾਵਰ ਉੱਤੇ ਚੜ੍ਹ ਨਹੀਂ ਸਕਦਾ ਕਿਉਂਕਿ ਜਦੋਂ ਕੋਈ ਫਾਲਟ ਵਗੈਰਾ ਹੁੰਦੇ ਜਿਹੜੀਆਂ ਆਥੋਰਾਈਜੇਸ਼ਨ ਪਰਸਨੈਲਿਟੀਜ਼ ਹੁੰਦੀਆਂ ਨੇ ਉਹੀ ਚੜ੍ਹ ਸਕਦੀਆਂ ਨੇ ਉਹਨਾਂ ਫਾਲਟਸ ਨੂੰ ਠੀਕ ਕਰਨ ਦੇ ਲਈ। ਨੋਰਮਲੀ ਇਹ ਐਂਟੀ ਕਲਾਈਂਬਿੰਗ ਡਿਵਾਈਸ ਆ ਜਿਹੜਾ ਇਹ ਇਸ ਕੰਮ ਲਈ ਯੂਜ਼ ਕੀਤਾ ਜਾਂਦਾ ਹੈ। These are basically used at substation fencing, defense fencing or any high security areas where barbed wire is required to secure the required zone perimeter। ਹੁਣ ਆਪਣੇ ਕੋਲ ਜਿਹੜਾ ਕੰਸਟਰਕਸ਼ਨਲ ਹੋਰ ਫੀਚਰ ਹੈ ਉਹ ਕੀ ਹੈ ਸਾਈਜ਼ ਆਫ ਕੰਡਕਟਰਸ। ਪਹਿਲਾਂ ਆਪਾਂ ਕੀਤਾ ਸੀ ਸਪੇਸਿੰਗ ਐਂਡ ਕਨਫੀਗਰੇਸ਼ਨ। ਹੁਣ ਕੰਡਕਟਰ ਦਾ ਸਾਈਜ਼ ਕਿੰਨਾ ਹੋਣਾ ਚਾਹੀਦਾ ਆ ਤਾਂ ਕਿ ਜਿਹੜੀ ਆਪਣੀ ਵੋਲਟੇਜ ਲੈਵਲ ਆ ਪ੍ਰੋਪਰ ਇੱਕ ਪੁਆਇੰਟ ਤੋਂ ਦੂਸਰੇ ਪੁਆਇੰਟ ਤੱਕ ਜਾ ਸਕੇ। ਉਹਦੇ ਵਿੱਚ ਕੀ ਆਉਂਦਾ ਆ ਕਿ ਇਨ ਅਰਲੀ ਡੇਜ਼ ਕੰਡਕਟਰ ਯੂਜ਼ਡ ਔਨ ਟਰਾਂਸਮਿਸ਼ਨ ਲਾਈਨਸ ਵਰ ਯੂਜ਼ਲੀ ਕਾਪਰ। ਪਹਿਲਾਂ ਕਿ ਜਿਹੜੇ ਕੰਡਕਟਰਸ ਯੂਜ਼ ਕੀਤੇ ਜਾਂਦੇ ਸੀ ਉਹ ਕਾਪਰ ਦੇ ਹੁੰਦੇ ਸੀ ਬਟ ਹੁਣ ਕੀ ਆ ਮੇਨਲੀ ਐਲੂਮੀਨੀਅਮ ਕੰਡਕਟਰਸ ਹੀ ਯੂਜ਼ ਕੀਤੇ ਜਾਂਦੇ ਨੇ। ਉਹਦਾ ਕਾਰਨ ਇਹ ਆ ਕਿ ਐਲੂਮੀਨੀਅਮ ਕੰਡਕਟਰ ਆ ਜਿਹੜੇ ਉਹ ਕੀ ਨੇ ਲਾਈਟ ਵੇਟ ਨੇ ਐਂਡ ਲੋਅਰ ਕਾਸਟ ਨੇ ਐਜ਼ ਕੰਪੇਅਰ ਟੂ ਦੈਟ ਆਫ ਦੀ ਕਾਪਰ ਕੰਡਕਟਰਸ। ਇਹਦੇ ਕਰਕੇ ਆਪਾਂ ਐਲੂਮੀਨੀਅਮ ਕੰਡਕਟਰਸ ਨੂੰ ਜ਼ਿਆਦਾ ਯੂਜ਼ ਕੀਤਾ ਜਾਂਦਾ। ਜਿਵੇਂ ਕਿ ਆਪਾਂ ਇਹਦੇ ਵਿੱਚ ਦੇਖ ਸਕਦੇ ਹਾਂ ਕਿ ਜਿਹੜਾ ਆਹ ਐਲੂਮੀਨੀਅਮ ACSR ਬੇਸਿਕਲੀ ਆਪਾਂ ਮੇਨ ਦ ਸਿੰਬਲਸ ਆਈਡੈਂਟੀਫਾਈਂਗ ਡਿਫਰੈਂਟ ਟਾਈਪਸ ਆਫ ਐਲੂਮੀਨੀਅਮ ਕੰਡਕਟਰਸ। 4 ਤਰ੍ਹਾਂ ਦੇ ਆਪਣੇ ਕੋਲ ਐਲੂਮੀਨੀਅਮ ਕੰਡਕਟਰਸ ਹੁੰਦੇ ਨੇ। ਆਲ ਐਲੂਮੀਨੀਅਮ ਕੰਡਕਟਰਸ, ਆਲ ਐਲੂਮੀਨੀਅਮ ਐਲੋਏ ਕੰਡਕਟਰਸ, ਐਲੂਮੀਨੀਅਮ ਕੰਡਕਟਰਸ ਸਟੀਲ ਰੇਨਫੋਰਸਡ। ਜ਼ਿਆਦਾ ਤਾਂ ਆਪਾਂ ਇਹੀ ਯੂਜ਼ ਕਰਦੇ ਹਾਂ ਜਿੱਦਾਂ ਕਿ ਇਹ ਪਿਕਚਰ ਦੇ ਵਿੱਚ ਆ। ਨੈਕਸਟ ਜਿਹੜਾ ਆਪਣੇ ਕੋਲ ਫੀਚਰ ਹੈ ਉਹ ਹੈ ਸਾਈਜ਼ ਆਫ ਕੰਡਕਟਰ। ਸਾਈਜ਼ ਆਫ ਕੰਡਕਟਰ ਮੀਨਸ ਜਿਹੜੀ ਆਪਣੀ ਕੰਡਕਟਰਸ ਦੀ ਪਹਿਲਾਂ ਆਪਾਂ ਸਪੇਸਿੰਗ ਕੀਤੀ ਸੀਗੀ ਕਨਫੀਗਰੇਸ਼ਨ ਕੀਤੀ ਸੀ ਬਟ ਕੰਡਕਟਰਸ ਦਾ ਸਾਈਜ਼ ਨਹੀਂ ਸੀ ਕੀਤਾ। ਹੁਣ ਆਪਣਾ ਕੀ ਕਰਨਾ ਹੈ ਸਾਈਜ਼ ਆਫ ਕੰਡਕਟਰਸ ਕਿ ਕੰਡਕਟਰਸ ਕਿੰਨੇ ਕੁ ਸਾਈਜ਼ ਦੇ ਹੋਣੇ ਚਾਹੀਦੇ ਨੇ ਕਿ ਆਪਣੀ ਜਿਹੜੀ ਪ੍ਰੋਪਰ ਆ ਜਿਹੜੀ ਟਰਾਂਸਮਿਸ਼ਨ ਹੋ ਸਕੇ ਇੱਕ ਲੈਵਲ ਤੋਂ ਦੂਸਰੇ ਲੈਵਲ ਤੱਕ। ਸੋ ਪਹਿਲਾਂ ਜਿਹੜੇ ਕੰਡਕਟਰਸ ਯੂਜ਼ ਹੁੰਦੇ ਸੀ ਉਹਦੇ ਵਿੱਚ ਜਿਹੜਾ ਮਟੀਰੀਅਲ ਲੱਗਦਾ ਸੀ ਉਹ ਕਾਪਰ ਦਾ ਹੁੰਦਾ ਸੀ ਬਟ ਹੁਣ ਐਲੂਮੀਨੀਅਮ ਨੇ ਓਵਰਟੇਕ ਕਰ ਲਿਆ ਕਾਪਰ ਤੋਂ। ਕਿਉਂਕਿ ਐਲੂਮੀਨੀਅਮ ਇੱਕ ਤਾਂ ਲੋ ਕਾਸਟ ਦਾ ਆ, ਸੈਕਿੰਡ ਇਹ ਲਾਈਟ ਵੇਟ ਦੇ ਵਿੱਚ ਆ ਅਤੇ ਥਰਡ ਇਹ ਕੀ ਇਹਦੀ ਕੰਡਕਟੀਵਿਟੀ ਜਿਹੜੀ ਉਹ ਕਾਪਰ ਤੋਂ ਜ਼ਿਆਦਾ ਹੈ। ਸੋ ਤਿੰਨੋਂ ਚੀਜ਼ਾਂ ਦੇ ਬੈਨੀਫੀਸ਼ੀਅਲ ਹੋਣ ਕਰਕੇ ਐਲੂਮੀਨੀਅਮ ਆ ਜਿਹੜਾ ਉਹ ਅੱਜ ਕੱਲ੍ਹ ਜ਼ਿਆਦਾ ਯੂਜ਼ ਕੀਤਾ ਜਾਂਦਾ ਆ ਕੰਡਕਟਰਸ ਦੇ ਵਿੱਚ। ਕੰਡਕਟਰਸ ਨੇ ਜਿਹੜੇ ਉਹ 4 ਤਰ੍ਹਾਂ ਦੇ ਹੁੰਦੇ ਨੇ AAC ਆਲ ਐਲੂਮੀਨੀਅਮ ਕੰਡਕਟਰਸ,
AAC all aluminium alloy conductors, ACSR aluminium conductors steel reinforced, ACAR aluminium conductor alloy reinforced। ACSR ਆ ਜਿਹੜੇ ਨੇ ਇਹ ਬੇਸਿਕਲੀ ਯੂਜ਼ ਹੁੰਦੇ ਨੇ ਜ਼ਿਆਦਾ ਤੋਂ ਜ਼ਿਆਦਾ, ਜਿਵੇਂ ਕਿ ਇੱਥੇ ਵੀ ਦੱਸਿਆ ਗਿਆ, ACSR ਹੈਜ਼ ਲੌਂਗ ਬੀਨ ਦ ਬੈਕਬੋਨ ਆਫ ਟਰਾਂਸਮਿਸ਼ਨ ਲਾਈਨ। ਉਹਦਾ ਕਾਰਨ ਇਹ ਆ ਕਿ ਜਿਵੇਂ ਕਿ ਆ ਪਿਕਚਰ ਦੇ ਵਿੱਚ ਦੇਖ ਸਕਦੇ ਹਾਂ, ਇਹਦੇ ਵਿੱਚ ਕੀ ਹੁੰਦਾ ਆ ਕਿ ਜਿਹੜੇ ਸੈਂਟਰਲ ਪਾਰਟ ਹੁੰਦੇ ਨੇ ਉਹ ਸਟੀਲ ਰੇਨਫੋਰਸ ਦੇ ਹੁੰਦੇ ਨੇ ਅਤੇ ਉਹਨੂੰ ਬਾਹਰ ਐਲੂਮੀਨੀਅਮ ਦੇ ਨਾਲ ਉਹਦੀ ਕਵਰਿੰਗ ਕੀਤੀ ਜਾਂਦੀ ਆ। ਦੈਟਸ ਵਾਈ ਉਹਦਾ ਨੇਮ ਵੀ ਕੀ ਹੈ, ਐਲੂਮੀਨੀਅਮ ਕੰਡਕਟਰਸ। ਜਿਹੜੇ ਕੰਡਕਟਰ ਨੇ ਉਹ ਐਲੂਮੀਨੀਅਮ ਦੇ ਹੋਣਗੇ ਅਤੇ ਵਿੱਚ ਉਹਦੇ ਸਟੀਲ ਰੇਨਫੋਰਸਡ ਕੀਤੀ ਜਾਂਦੀ ਆ। ਸੋ ਜਿਵੇਂ ਕਿ ਦ ਫੋਲੋਇੰਗ ਆਰ ਦੀ ਸਟੈਂਡਰਡ ਸਾਈਜ਼ਸ ਆਫ ACSR ਕੰਡਕਟਰਸ। ਇੱਕ ਤਾਂ ਜੇ ਆਪਣੇ ਕੋਲ 132 kV ਦੀ ਲਾਈਨ ਆ ਤਾਂ ਉਹਦੇ ਵਿੱਚ ਕੀ ਹੋਊਗਾ, 7 ਸਟ੍ਰੈਂਡਸ ਹੋਣਗੇ ਸਟੀਲ ਦੇ ਅਤੇ ਜਿਹੜੇ 30 ਸਟ੍ਰੈਂਡਸ ਹੋਣਗੇ ਐਲੂਮੀਨੀਅਮ ਦੇ, ਜਿਵੇਂ ਕਿ ਆ ਪਿਕਚਰ ਦੇ ਵਿੱਚ ਦੇਖ ਸਕਦੇ ਆਪਾਂ। ਜਿਹੜੇ ਇਹਦੇ ਵਿੱਚ ਕੀ ਨੇ, ਇੱਥੇ ਆਪਣੇ ਕੋਲ ਕੀ ਹੈ, 6 ਐਲੂਮੀਨੀਅਮ ਦੇ ਸਟ੍ਰੈਂਡਸ ਨੇ, 1 2 3 4 5 6 ਅਤੇ ਇੱਕ ਸਟ੍ਰੈਂਡ ਕਿਹਦਾ ਆ, ਸਟੀਲ ਦਾ। ਇਹ ਸਭ ਤੋਂ ਜਿਹੜਾ ਛੋਟਾ ਕੰਡਕਟਰ ਆ ਉਹ ਆ। ਫਰਦਰ ਉਹਨਾਂ ਦੇ ਕੰਡਕਟਰ ਦੇ ਸਾਈਜ਼ਸ ਇਨਕਰੀਜ਼ ਹੁੰਦੇ ਨੇ ਅਕੋਰਡਿੰਗ ਟੂ ਦੀ ਸਟ੍ਰੈਂਡਸ। ਹੁਣ ਇਹਦੇ ਵਿੱਚ ਆਪਾਂ ਦੇਖ ਸਕਦੇ ਹਾਂ ਜਿਹੜੀ 220 kV ਲਾਈਨ ਆ ਉਹਦੇ ਵਿੱਚ ਆਪਣੇ ਕੋਲ 7 ਸਟ੍ਰੈਂਡ ਨੇ ਸਟੀਲ ਦੇ ਅਤੇ 54 ਸਟ੍ਰੈਂਡਸ ਨੇ ਐਲੂਮੀਨੀਅਮ ਦੇ। ਲਾਈਕ ਦਿਸ 7 ਸਟ੍ਰੈਂਡ ਆਪਣੇ ਕੋਲ ਕੀ ਆ ਗਏ ਸਟੀਲ ਦੇ, 1 2 3 4 5 6 7 ਅਤੇ 54 ਐਲੂਮੀਨੀਅਮ ਦੇ ਸਟ੍ਰੈਂਡਸ ਨੇ। ਸੋ ਇਹ ਕਿੱਥੇ ਯੂਜ਼ ਕੀਤੀ ਜਾਂਦੀ ਹੈ, 220 kV। ਦੈਨ 400 kV ਦੇ ਵਿੱਚ ਕੀ ਹੁੰਦੇ ਨੇ, 7 ਸਟ੍ਰੈਂਡਸ ਆਫ ਸਟੀਲ ਐਂਡ 54 ਸਟ੍ਰੈਂਡਸ ਆਫ ਐਲੂਮੀਨੀਅਮ ਐਂਡ ਸੋ ਔਨ। ਠੀਕ ਹੈ, ਸੋ ਇਹ ਕੀ ਨੇ, ਇੱਦਾਂ ਕੰਡਕਟਰਸ ਦੀ ਜਿਹੜੀ ACSR ਕੰਡਕਟਰਸ ਨੇ ਜਿਹੜੇ ਉਹ ਟਰਾਂਸਮਿਸ਼ਨ ਲਾਈਨਸ ਦੇ ਵਿੱਚ ਯੂਜ਼ ਹੁੰਦੇ ਨੇ। ਸੋ ਨੈਕਸਟ ਜਿਹੜਾ ਆਪਣੇ ਕੋਲ ਕੰਸਟਰਕਸ਼ਨਲ ਪ੍ਰੀਕਾਸ਼ਨ ਆ ਉਹ ਕੀ ਆ, ਗੇ ਵਾਇਰ। ਇਹ ਗਾਏ ਵਾਇਰ ਨੈਕਸਟ ਕੰਸਟਰਕਸ਼ਨਲ ਫੀਚਰ ਹੈ ਉਹ ਆਪਣੇ ਕੋਲ ਕੀ ਹੈ, ਗਾਏ ਵਾਇਰ। A guy wire, guy line or guy rope also known as simply as a guy। ਜਿਵੇਂ ਆਪਾਂ ਦੇਖ ਸਕਦੇ ਹਾਂ ਇਹ ਕੀ ਆ, ਇਹ ਟਾਵਰ ਦੇ ਜਿਹੜੇ ਟੌਪ ਲੈਵਲ ਤੋਂ ਆ, ਇੱਥੋਂ ਆਪਾਂ ਪ੍ਰੋਪਰਲੀ ਸਮਝ ਸਕਦੇ ਹਾਂ ਜਿਹੜਾ ਟਾਵਰ ਦਾ ਟੌਪ ਆ ਉੱਥੋਂ ਤੇ ਜਿਹੜੀ ਇਹਦੀ ਇੰਨੇ ਫੀਟ ਤੋਂ ਆਪਾਂ ਇੱਥੇ ਜਿਹੜੀ ਇੱਕ ਵਾਇਰ ਲਗਾਵਾਂਗੇ ਉਹ ਕੀ ਹੋਊਗੀ, ਗਾਏ ਵਾਇਰ। ਉਹਨੂੰ ਆਪਾਂ ਕੀ ਕਹਿੰਦੇ ਹਾਂ, ਗਾਏ ਵਾਇਰ। ਅਤੇ ਉਹਦੀ ਲੈਂਥ ਕਿੰਨੀ ਹੋਊਗੀ, ਜੇ ਸਪੋਜ਼ ਆਪਣੇ ਕੋਲ 50 ਫੀਟ ਦਾ ਟਾਵਰ ਆ ਅਤੇ 70 ਫੀਟ ਦੀ ਆਪਣੇ ਇਹਦੇ ਵਿੱਚ ਡਿਸਟੈਂਸ ਆ, ਤਾਂ ਪਾਇਥਾਗੋਰਸ ਥਿਓਰਮ ਲਗਾ ਕੇ ਆਪਾਂ ਇਹਦਾ ਹਾਈਪੋਟੇਨਿਊਜ਼ ਦੀ ਲੈਂਥ ਕੱਢ ਕੇ ਇੰਨੇ ਟਾਈਪ ਦੇ ਆਪਾਂ ਗਾਏ ਵਾਇਰ ਲਗਾ ਦਿੰਦੇ ਹਾਂ। ਸੋ ਇਹਦਾ ਮੇਨ ਮਕਸਦ ਕੀ ਹੈ ਲਗਾਉਣ ਦਾ, ਦੇ ਹੈਲਪਸ ਅਸ ਟੂ ਸਪੋਰਟ ਸਟਰਕਚਰਸ। ਇੱਕ ਤਾਂ ਸਪੋਰਟ ਕਰਦੇ ਨੇ ਟਾਵਰਸ ਨੂੰ, ਦੈਟ ਆਰ ਐਂਕਰਡ ਇਨਟੂ ਦ ਗਰਾਊਂਡ ਟੂ ਕੀਪ ਪੋਲਸ ਐਂਡ ਐਨਰਜਾਈਜ਼ ਕੰਡਕਟਰਸ ਫਰੋਮ ਫੋਲਿੰਗ। ਅਤੇ ਕੀ ਹੁੰਦਾ ਆ ਕਿ ਪੋਲਸ ਜਾਂ ਟਾਵਰਸ ਨੂੰ, ਮੇਨਲੀ ਤਾਂ ਇਹ ਪੋਲਸ ਦੇ ਵਿੱਚ ਯੂਜ਼ ਕੀਤੇ ਜਾਂਦੇ ਨੇ। ਇਹਨਾਂ ਨਾਲ ਕੀ ਹੁੰਦਾ ਆ ਕਿ ਇਹਨਾਂ ਨੂੰ ਪੋਲਸ ਨੂੰ ਪ੍ਰੋਪਰਲੀ ਕੀ ਕੀਤਾ ਜਾਵੇ, ਸਪੋਰਟ ਦਿੱਤੀ ਜਾਵੇ ਅਤੇ ਪ੍ਰੀਵੈਂਟ ਕੀਤਾ ਜਾਵੇ ਕੰਡਕਟਰਸ ਨੂੰ ਫਰੋਮ ਫੋਲਿੰਗ ਔਰ ਸੈਗਿੰਗ, ਅਤੇ ਉਹਦੇ ਵਿੱਚ ਸੈਗਿੰਗ ਨਾ ਹੋਵੇ। ਫਰਦਰ ਕੀ ਆ, ਗਾਏ ਵਾਇਰ ਦਾ ਕੇਬਲਸ ਦੇ ਵਿੱਚ ਕੀ ਯੂਜ਼ ਹੈ, ਇਜ਼ ਅ ਕੇਬਲ ਔਰ ਕੇਬਲਸ ਯੂਜ਼ ਟੂ ਪ੍ਰੋਵਾਈਡ ਸਪੋਰਟ ਟੂ ਐਨ ਐਂਟੀਨਾ ਔਰ ਐਂਟੀਨਾ ਸਟਰਕਚਰ। ਇਹਨੂੰ ਆਪਾਂ ਐਂਟੀਨਾ ਸਟਰਕਚਰ 'ਚ ਵੀ ਯੂਜ਼ ਕਰਦੇ ਹਾਂ। ਜੇ ਆਪਾਂ ਕੇਬਲ ਵਾਇਰਿੰਗ ਕੀਤੀ ਹੋਈ ਆ ਤਾਂ ਉੱਥੇ ਵੀ ਗਾਏ ਵਾਇਰ ਆ ਜਿਹੜੀ ਉਹ ਯੂਜ਼ ਹੁੰਦੀ ਆ। ਇਹਦੇ ਵਿੱਚ ਜਿਹੜੀ ਵਾਇਰ ਆ ਉਹ ਕੀ ਹੁੰਦੀ ਹੈ, ਬੇਸਿਕਲੀ ਜਾਂ ਤਾਂ ਐਲੂਮੀਨੀਅਮ ਵਾਇਰ ਹੋਊਗੀ ਐਂਡ ਐਂਟੀਨਾ ਵਾਇਰ ਵਿਚ ਇਜ਼ ਮੇਡ ਆਊਟ ਆਫ ਕਾਪਰ ਵਾਇਰ। ਐਲੂਮੀਨੀਅਮ ਜਾਂ ਕਾਪਰ ਦੇ ਵਿੱਚ ਆਪਾਂ ਕੋਈ ਵੀ ਯੂਜ਼ ਕਰ ਸਕਦੇ ਹਾਂ। ਅਤੇ ਉਹਦਾ ਜਿਹੜਾ ਵਿਊ ਹੁੰਦਾ ਉਹ ਇਸ ਤਰ੍ਹਾਂ ਦੀ ਹੁੰਦੀ ਹੈ, ਕੁਛ ਜਿਹੜੀ ਵਾਇਰ ਹੁੰਦੀ ਹੈ ਇਹ। ਨਾਓ ਦੀ ਨੈਕਸਟ ਟੋਪਿਕ ਇਜ਼ ਵਾਟ ਆਰ ਦੀ ਵੇਰੀਅਸ ਥ੍ਰੈਟਸ ਟੂ ਅ ਟਰਾਂਸਮਿਸ਼ਨ ਲਾਈਨ। ਹੁਣ ਆਪਾਂ ਨੇ ਇਹ ਸਾਰਾ ਪੜ੍ਹ ਲਿਆ ਕਿ ਜਿਵੇਂ ਕਿ ਆ ਟਾਵਰ ਹੈ, ਇਹਦੇ ਵਿੱਚ ਆਹ ਜਿਹੜੇ ਨੇ ਹੈਂਗ ਹੋ ਰਹੇ ਨੇ, ਇਨਸੂਲੇਟਰਸ ਨੇ, ਕੰਡਕਟਰਸ ਯੂਜ਼ ਹੁੰਦੇ ਨੇ, ਅਰਥ ਵਾਇਰਿੰਗ ਯੂਜ਼ ਆ, ਫਾਊਂਡੇਸ਼ਨਸ ਆ, ਆਪਾਂ ਸਾਰਾ ਕੁਛ ਪੜ੍ਹ ਲਿਆ। ਇੱਕ ਟਾਵਰ ਤੋਂ ਦੂਸਰੇ ਟਾਵਰ ਦੇ ਵਿੱਚ ਆਪਣੀ ਟਰਾਂਸਮਿਸ਼ਨ ਲਾਈਨਸ ਜਾ ਰਹੀਆਂ ਨੇ। ਬਟ ਇਹਨਾਂ ਦੇ ਹੁਣ ਡੇਂਜਰ ਕੀ ਨੇ, ਥ੍ਰੈਟਸ ਕੀ ਨੇ। ਫਸਟ ਕੀ ਆ, ਫੋਲਿੰਗ ਏਰੀਅਲ ਮਾਰਕੀਟ ਬਾਲ, ਕਿ ਇਹ ਜਿਹੜੀ ਬਾਲ ਹੈ ਇਹਨਾਂ ਦੀ ਫੋਲਿੰਗ ਵੀ ਹੋ ਸਕਦੀ ਹੈ ਵਿਦ ਰਿਸਪੈਕਟ ਟੂ ਟਾਈਮ। ਕਰੈਕਡ ਟਾਵਰ ਆਪਾਂ ਨੂੰ ਇੰਸਪੈਕਸ਼ਨ ਕਰਨੀ ਚਾਹੀਦੀ ਹੈ, ਟਾਈਮਲੀ ਇੰਸਪੈਕਸ਼ਨ ਹੋਣੀ ਚਾਹੀਦੀ ਹੈ ਆਫਟਰ 6 ਮੰਥਸ ਔਰ ਈਅਰਲੀ, ਕਿ ਕਿਤੇ ਕੋਈ ਕਰੈਕ ਤਾਂ ਨਹੀਂ ਆ ਗਿਆ ਟਾਵਰ 'ਤੇ। ਇਫ ਹੈ ਤਾਂ ਉਹਦੀ ਆਪਾਂ ਨੇ ਦੁਬਾਰਾ ਉਹਦੀ ਰਿਪੇਅਰ ਕਰਨੀ ਆ। ਫਾਊਂਡੇਸ਼ਨ ਏਜਿੰਗ ਬਹੁਤ ਹੀ ਇੰਪੋਰਟੈਂਟ ਫੈਕਟਰ ਆ। ਜੇ ਆਪਣੀ ਫਾਊਂਡੇਸ਼ਨ ਹੀ ਕਮਜ਼ੋਰ ਹੋਗੀ ਤਾਂ ਉੱਪਰ ਟਾਵਰ ਨੇ ਕੀ ਆ, ਉਹ ਪਤਾ ਹੀ ਆ ਕਿ ਉਹ ਕੀ ਹੋਊਗਾ, ਉਹ ਡੈਮੇਜ ਹੋਊਗਾ, ਗਿਰ ਜਾਊਗਾ। ਸੋ ਆਪਾਂ ਨੂੰ ਫਾਊਂਡੇਸ਼ਨ ਏਜਿੰਗ ਤੋਂ ਵੀ ਪ੍ਰੀਵੈਂਟ ਕਰਨ ਲਈ ਜਿਹੜਾ ਅੰਦਰ ਫਾਊਂਡੇਸ਼ਨ ਬਣਾਉਣੀ ਆ ਉਹ ਦੈਟ ਮਸਟ ਬੀ ਫਰਮ। ਪ੍ਰੋਪਰ ਆਪਾਂ ਨੂੰ ਫਰਮ ਫਾਊਂਡੇਸ਼ਨ, ਪਹਿਲਾਂ ਫਾਊਂਡੇਸ਼ਨ 'ਤੇ ਧਿਆਨ ਰੱਖ ਕੇ ਪੂਰੀ ਫਰਮ ਫਾਊਂਡੇਸ਼ਨ ਕਰਕੇ ਦੈਨ ਆਪਾਂ ਨੇ ਜਿਹੜੀ ਇਰੈਕਸ਼ਨ ਕਰਨੀ ਆ ਟਾਵਰ ਦੀ।
ਫਰਦਰ ਮੈਨੇਜਿੰਗ ਵੈਜੀਟੇਸ਼ਨ। ਹੁਣ ਜੇ ਕਿਤੇ ਆਪਾਂ ਨੇ ਕਿਤੇ ਟਾਵਰ ਨੂੰ ਜਾਂ ਪੋਲਸ ਨੂੰ ਇਰੈਕਟ ਕਰਨਾ, ਉੱਥੇ ਜੇ ਵੈਜੀਟੇਸ਼ਨ ਆਉਂਦੀ ਆ ਉਹਦਾ ਵੀ ਪ੍ਰੋਪਰ ਧਿਆਨ ਰੱਖਣਾ ਪੈਣਾ ਕਿ ਉੱਥੇ ਇਹ ਆਪਾਂ ਨੂੰ ਸਪੇਸ ਉਨੀ ਕੁ ਹੈਗੀ ਆ ਜਿੱਥੇ ਆਪਾਂ ਇੰਸਟਾਲ ਕਰ ਸਕੀਏ। ਨਾਓ ਨੈਕਸਟ ਇਜ਼ ਸ਼ੀਲਡ ਵਾਇਰ ਕਰੋਜਨ। ਹੁਣ ਕੀ ਹੁੰਦਾ ਹੈ ਕਿ ਜਿਹੜੀ ਆਪਣੀ ਸ਼ੀਲਡ ਵਾਇਰ ਆ ਉਹਦੇ 'ਤੇ ਕੀ ਹੁੰਦਾ ਹੈ ਕਿ ਵੈਦਰ ਕੰਡੀਸ਼ਨਸ ਚੇਂਜ ਹੋਣ ਕਰਕੇ ਰੇਨੀ ਸੀਜ਼ਨ ਦੇ ਵਿੱਚ ਸਮਟਾਈਮਸ ਕੀ ਕਰੋਜਨ ਆ ਜਾਂਦਾ ਆ, ਅਤੇ ਉਹਨੂੰ ਪ੍ਰੀਵੈਂਟ ਕਰਨ ਦੇ ਲਈ ਆਪਾਂ ਨੂੰ ਇਹਦੀ ਵੀ ਟਾਈਮਲੀ ਇੰਸਪੈਕਸ਼ਨ ਕਰਕੇ ਇਹਨੂੰ ਰਿਪਲੇਸਮੈਂਟ ਕਰਨੀ ਚਾਹੀਦੀ ਹੈ। ਫਰਦਰ ਆਪਣੇ ਕੋਲ ਹੈ ਇੰਸੂਲੇਟਰ ਕ੍ਰੈਕਿੰਗ। ਹੁਣ ਜਿਹੜੇ ਇੰਸੂਲੇਟਰਸ ਨੇ ਇਹ ਵੀ ਕੀ ਹੁੰਦੇ ਨੇ, ਬਿਕੋਜ਼ ਆਫ ਸਿਰੈਮਿਕ ਬੋਡੀ ਹੁੰਦੀ ਹੈ ਇਹਨਾਂ ਦੀ, ਇਹ ਵੀ ਕੀ ਨੇ, ਇਹਨਾਂ ਵਿੱਚ ਵੀ ਕ੍ਰੈਕਸ ਪੈ ਜਾਂਦੇ ਨੇ। ਸੋ ਇਹਨਾਂ ਕ੍ਰੈਕਸ ਨੂੰ ਵੀ ਬਚਾਉਣ ਦੇ ਲਈ ਆਪਾਂ ਨੂੰ ਇੰਸੂਲੇਟਰਸ ਦੀ ਵੀ ਟਾਈਮਲੀ ਰਿਪਲੇਸਮੈਂਟ ਹੋਣੀ ਬਹੁਤ ਜ਼ਰੂਰੀ ਆ। ਸੋ ਰਪਚਰ ਆਫ ਪਾਵਰ ਲਾਈਨ, ਸਮਟਾਈਮਸ ਪਾਵਰ ਲਾਈਨਸ ਜਿਵੇਂ ਆਪਾਂ ਕਹਿ ਦਿੰਦੇ ਹਾਂ ਕਿ ਸਪਲਾਈ ਬੰਦ ਹੋ ਗਈ, ਕਿਸੇ ਵੀ ਅਨਯੂਜੂਅਲ ਮੈਥਡ ਦੇ ਨਾਲ ਅਗਰ ਕਿਤੇ ਪਾਵਰ ਲਾਈਨ ਕੱਟ ਹੋ ਗਈ ਤਾਂ ਉਸ ਟਾਈਮ ਆਪਾਂ ਨੇ ਉਹਨੂੰ ਵੀ ਧਿਆਨ ਵਿੱਚ ਰੱਖ ਕੇ ਉਹਦੀ ਇੰਸਪੈਕਸ਼ਨ ਕਰਨੀ ਹੈ। ਸੋ ਇਹ ਆਪਾਂ ਸਾਰੀਆਂ ਚੀਜ਼ਾਂ ਦਾ ਧਿਆਨ ਰੱਖਣੇ, ਇਹਦੀ ਇੰਸਪੈਕਸ਼ਨ ਕਰਨੀ ਹੈ ਅਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਨੇ ਇੰਸਟਾਲ ਕਰਨਾ ਹੈ। ਥੈਂਕ ਯੂ। ਖਤਮ।